हाँ जी डियर स्टूडेंट्स, अपना 8 अक्टूबर का डिफरेंशियल इक्वेशनस का बच्चे जो चैप्टर है उन्होंने ਆਪਾਂ शुरू करन जा रहे हैं ਜਿਹਦੇ ਵਿੱਚ ਅੱਜ ਆਪਾਂ ਨੇ ਦੇਖਣਾ ਹੈ ਕਿ ਜਿਹੜੀਆਂ ਇਕੁਏਸ਼ਨਸ ਡਿਫਰੈਂਸ਼ੀਅਲ ਇਕੁਏਸ਼ਨਸ ਐਗਜ਼ੈਕਟ ਨਹੀਂ ਹੁੰਦੀਆਂ ਤਾਂ ਉਹਨਾਂ ਨੂੰ ਐਗਜ਼ੈਕਟ ਕਿਵੇਂ ਬਣਾਉਣਾ ਹੁੰਦਾ। ਕੱਲ੍ਹ ਵੈਸੇ ਆਪਾਂ ਨੇ ਇਹ ਤਾਂ ਕਰ ਚੁੱਕੇ ਸੀਗੇ ਕਿ ਅਗਰ ਕੋਈ ਡਿਫਰੈਂਸ਼ੀਅਲ ਇਕੁਏਸ਼ਨ ਐਗਜ਼ੈਕਟ ਆ ਜਾਂਦੀ ਹੈ ਤਾਂ ਉਹਨੂੰ ਸੋਲਵ ਕਰਨ ਦਾ ਕੀ ਮੈਥਡ ਸੀਗਾ। ਉਹਦੇ ਲਈ ਆਪਾਂ ਇੱਕ ਛੋਟਾ ਜਿਹਾ ਫਾਰਮੂਲਾ ਕੀਤਾ ਸੀਗਾ ਅਤੇ ਬਹੁਤ ਈਜ਼ੀਲੀ ਉਹਦੇ ਨਾਲ ਕੁਐਸਚਨਸ ਜਿਹੜੇ ਆ ਹੋ ਜਾਂਦੇ ਸੀ, ਠੀਕ ਹੈ ਨਾ। ਅਤੇ ਬਟ ਅੱਜ ਆਪਾਂ ਨੇ ਇਹ ਦੇਖਣਾ ਹੈ ਕਿ ਅਗਰ ਕੋਈ ਡਿਫਰੈਂਸ਼ੀਅਲ ਇਕੁਏਸ਼ਨ ਐਗਜ਼ੈਕਟ ਨਹੀਂ ਹੁੰਦੀ ਤਾਂ ਉਹਨੂੰ ਐਗਜ਼ੈਕਟ ਕਿਵੇਂ ਬਣਾਉਣਾ। ਉਹਦੇ ਲਈ ਆਪਾਂ ਨੂੰ ਇੱਕ ਇੰਟੀਗ੍ਰੇਟਿੰਗ ਫੈਕਟਰ ਫਾਈਂਡ ਕਰਨਾ ਪਊਗਾ ਅਤੇ ਉਸ ਇੰਟੀਗ੍ਰੇਟਿੰਗ ਫੈਕਟਰ ਨੂੰ ਫਾਈਂਡ ਕਰਨ ਦੇ ਡਿਫਰੈਂਟ ਮੈਥਡਸ ਨੇ, ਜਿਹਦੇ ਵਿੱਚੋਂ ਅੱਜ ਆਪਾਂ ਨੇ ਸਿਰਫ ਇਹ ਦੇਖਣਾ ਹੈ ਕਿ ਜਿਹੜਾ ਇੰਟੀਗ੍ਰੇਟਿੰਗ ਫੈਕਟਰ ਹੈ ਉਹਨੂੰ ਆਪਾਂ ਸਿਰਫ ਇਕੁਏਸ਼ਨ ਦੀ ਫੋਰਮ ਦੇਖ ਕੇ ਕਿ ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਆਪਾਂ ਨੂੰ ਗਿਵਨ ਹੈ ਉਹ ਕਿਸ ਫੋਰਮ ਦੀ ਇਕੁਏਸ਼ਨ ਹੈ ਉਹਨੂੰ ਆਪਾਂ ਬਾਈ ਇੰਸਪੈਕਸ਼ਨ ਕਿਵੇਂ ਫਾਈਂਡ ਆਊਟ ਕਰ ਸਕਦੇ ਹਾਂ। ਠੀਕ ਹੈ ਬੱਚੇ, ਤਾਂ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਪਹਿਲਾਂ ਤਾਂ ਆਪਾਂ ਨੇ ਇਹ ਪ੍ਰੂਫ ਕਰਨਾ ਹੈ ਕਿ ਅਗਰ ਤੁਹਾਡੇ ਕੋਲ ਕੋਈ ਵੀ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀ ਹੋਈ ਹੈ MDX + NDY = 0 ਫੋਰਮ ਦੀ, ਤਾਂ ਉਹਦੇ ਵਿੱਚ ਉਹਦੇ ਜਿਹੜੇ ਇੰਟੀਗ੍ਰੇਟਿੰਗ ਫੈਕਟਰਸ ਨੇ ਉਹ ਕਿੰਨੇ ਨੇ। ਤਾਂ ਇਹ ਆਪਾਂ ਨੇ ਦੇਖਣਾ ਹੈ ਕਿ ਤੁਸੀਂ ਇੱਕ ਡਿਫਰੈਂਸ਼ੀਅਲ ਇਕੁਏਸ਼ਨ ਦੇ ਇੰਟੀਗ੍ਰੇਟਿੰਗ ਫੈਕਟਰਸ ਜਿੰਨੇ ਮਰਜ਼ੀ ਕੱਢ ਸਕਦੇ ਹੋ, ਮੀਨਸ ਕਿ ਜੋ ਨੰਬਰ ਇੰਟੀਗ੍ਰੇਟਿੰਗ ਫੈਕਟਰਸ ਦੇ ਦੈਟ ਆਰ ਇਨਫਾਨਾਈਟ। ਠੀਕ ਹੈ, ਤਾਂ ਫਿਰ ਆ ਜਾਂਦਾ ਕਿ ਹੁਣ ਆਪਾਂ ਨੇ ਇਨਫਾਨਾਈਟ ਤੋਂ ਚਲੋ ਹੋ ਗਿਆ ਕਿ ਇਨਫਾਨਾਈਟ ਹੋਣਗੇ, ਬਟ ਆਪਾਂ ਨੂੰ ਕੁਝ ਸੋਲਵ ਕਰਨ ਦੇ ਲਈ ਕੁਝ ਪਰਟੀਕੂਲਰ ਜਿਹੜਾ ਉਹ ਚਾਹੀਦਾ ਹੁੰਦਾ। ਤਾਂ ਉਹਦੇ ਵਾਸਤੇ ਅਗਰ ਤੁਸੀਂ ਦੇਖਣਾ ਹੈ ਕਿ ਇੰਟੀਗ੍ਰੇਟਿੰਗ ਫੈਕਟਰ ਬਾਈ ਇੰਸਪੈਕਸ਼ਨ, ਕਿ ਅਗਰ ਤੁਹਾਡੇ ਕੋਲ ਸਪੋਜ਼ ਇਕੁਏਸ਼ਨ ਜਿਹੜੀ ਆ ਉਹ ਇਸ ਫੋਰਮ ਦੀ ਇਕੁਏਸ਼ਨ ਹੈ x_dy - y_dx ਫੋਰਮ ਦੀ, ਹੈ ਨਾ। ਤਾਂ ਤੁਸੀਂ ਇਹਦੇ ਇੰਟੀਗ੍ਰੇਟਿੰਗ ਫੈਕਟਰ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਲੈ ਸਕਦੇ ਹੋ। 1/x² ਚੂਜ਼ ਕਰ ਸਕਦੇ ਹੋ, 1/y² ਚੂਜ਼ ਕਰ ਸਕਦੇ ਹੋ, 1/xy ਚੂਜ਼ ਕਰ ਸਕਦੇ ਹੋ, ਜਾਂ 1/x² + y² ਚੂਜ਼ ਕਰ ਸਕਦੇ ਹੋ। ਜਦੋਂ ਤੁਸੀਂ 1/x² ਚੂਜ਼ ਕਰਨਾ ਹੈ ਤਾਂ ਜਿਹੜੀ ਇਹਦੀ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਬਣੂਗੀ, ਕਿਉਂਕਿ ਜਿਹੜੀ ਇਹ ਇਕੁਏਸ਼ਨ ਸੀ ਇਹ ਐਗਜ਼ੈਕਟ ਨਹੀਂ ਹੈਗੀ, ਹੈ ਨਾ। ਬਟ ਜਦੋਂ ਤੁਸੀਂ ਇਸ ਇੰਟੀਗ੍ਰੇਟਿੰਗ ਫੈਕਟਰ ਨੂੰ ਇਸ ਇਕੁਏਸ਼ਨ ਦੇ ਨਾਲ ਮਲਟੀਪਲਾਈ ਕਰ ਦੋਗੇ ਤਾਂ ਤੁਹਾਡੇ ਕੋਲ ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਐਗਜ਼ੈਕਟ ਫਾਰਮ ਦੇ ਵਿੱਚ ਬਣ ਕੇ ਆਊਗੀ ਉਹ ਬਣੂਗੀ d(y/x) ਮੀਨਸ y/x ਦਾ ਡੈਰੀਵੇਟਿਵ। ਬਟ ਅਗਰ ਤੁਸੀਂ 1/y² ਲਓਗੇ ਇੰਟੀਗ੍ਰੇਟਿੰਗ ਫੈਕਟਰ ਅਤੇ ਇਸ ਇੰਟੀਗ੍ਰੇਟਿੰਗ ਫੈਕਟਰ ਨੂੰ ਆਪਣੀ ਇਸ ਇਕੁਏਸ਼ਨ ਦੇ ਨਾਲ ਮਲਟੀਪਲਾਈ ਕਰੋਗੇ ਜੋ ਗਿਵਨ ਹੈ, ਤਾਂ ਜਿਹੜੀ ਤੁਹਾਡੇ ਕੋਲ ਐਗਜ਼ੈਕਟ ਫਾਰਮ ਦੇ ਵਿੱਚ ਡਿਫਰੈਂਸ਼ੀਅਲ ਇਕੁਏਸ਼ਨ ਬਣੂਗੀ ਉਹ ਬਣਨੀ ਹੈ ਡੈਰੀਵੇਟਿਵ ਆਫ -x/y। ਅਗਰ ਇੰਟੀਗ੍ਰੇਟਿੰਗ ਫੈਕਟਰ ਤੁਸੀਂ ਲੈਂਦੇ ਹੋ 1/xy ਤਾਂ ਇਕੁਏਸ਼ਨ ਬਣਨੀ ਹੈ ਡੈਰੀਵੇਟਿਵ ਆਫ log y/x। ਐਂਡ ਨੈਕਸਟ ਅਗਰ ਤੁਸੀਂ ਡਿਫਰੈਂਸ਼ੀਅਲ ਇੰਟੀਗ੍ਰੇਟਿੰਗ ਫੈਕਟਰ ਆਪਣਾ ਲੈਂਦੇ ਹੋ 1/x² + y² ਫੋਰਮ ਦੇ ਵਿੱਚ, ਤਾਂ ਤੁਹਾਡੇ ਕੋਲ ਜਿਹੜੀ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਬਣਨੀ ਹੈ ਉਹ ਬਣਨੀ ਹੈ ਡੈਰੀਵੇਟਿਵ ਆਫ tan ਇਨਵਰਸ y/x। ਠੀਕ ਹੈ ਬੱਚੇ, ਤਾਂ ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਕੋਈ ਵੀ ਇੱਕ ਇੰਟੀਗ੍ਰੇਟਿੰਗ ਫੈਕਟਰ ਯੂਜ਼ ਕਰ ਸਕਦੇ ਹੋ ਫॉर ਦਿਸ ਇਕੁਏਸ਼ਨ। ਨੈਕਸਟ ਬੱਚੇ ਤੁਹਾਡੇ ਕੋਲ ਆ ਜਾਂਦਾ x_dy + y_dx। ਇਸ ਫੋਰਮ ਦੇ ਇਕੁਏਸ਼ਨ ਦੇ ਲਈ ਤੁਸੀਂ ਆਪਣਾ ਜਿਹੜਾ ਇੰਟੀਗ੍ਰੇਟਿੰਗ ਫੈਕਟਰ ਹੈ ਉਹ ਇਸ ਫੋਰਮ ਦੇ ਵਿੱਚ ਚੂਜ਼ ਕਰਨਾ ਹੈ 1/xy⁴n, ਜਿਹਦੇ ਕਰਸਪੋਂਡਿੰਗ ਜਦੋਂ ਤੁਸੀਂ ਇਸ ਇਕੁਏਸ਼ਨ ਨੂੰ ਇਸ ਫੋਰਮ ਦੇ ਨਾਲ ਇਸ ਇੰਟੀਗ੍ਰੇਟਿੰਗ ਫੈਕਟਰ ਦੇ ਨਾਲ ਜਦੋਂ ਤੁਸੀਂ ਮਲਟੀਪਲਾਈ ਕਰ ਰਹੇ ਹੋ ਤਾਂ ਉਹਦੀ ਜਿਹੜੀ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਆਉਣੀ ਹੈ ਉਹ 2 ਪਾਰਟਸ ਦੇ ਵਿੱਚ ਆਉਣੀ ਹੈ। ਮੀਨਸ ਕਿ ਅਗਰ ਤੁਸੀਂ n ਦੀ ਵੈਲਿਊ ≠ 1 ਚੂਜ਼ ਕਰਦੇ ਹੋ ਤਾਂ ਡਿਫਰੈਂਸ਼ੀਅਲ ਇਕੁਏਸ਼ਨ ਇਸ ਫੋਰਮ ਦੀ ਬਣੂਗੀ, ਬਟ ਅਗਰ ਤੁਸੀਂ n = 1 ਚੂਜ਼ ਕਰਦੇ ਹੋ ਤਾਂ ਡਿਫਰੈਂਸ਼ੀਅਲ ਇਕੁਏਸ਼ਨ ਬਣਨੀ ਹੈ ਤੁਹਾਡੇ ਕੋਲ ਡੈਰੀਵੇਟਿਵ ਆਫ log mod xy। ਠੀਕ ਹੈ ਬੱਚੇ, ਅਤੇ ਨੈਕਸਟ ਤੁਹਾਡੇ ਕੋਲ ਆ ਜਾਂਦੀ ਹੈ ਥਰਡ ਟਾਈਪ ਦੀ, ਮੀਨਸ ਕਿ x_dx + y_dy। ਇਹਦੇ ਵਾਸਤੇ ਤੁਸੀਂ ਜਿਹੜਾ ਆਪਣਾ ਇੰਟੀਗ੍ਰੇਟਿੰਗ ਫੈਕਟਰ ਹੈ ਉਹ 1/x² + y² ਚੂਜ਼ ਕਰ ਸਕਦੇ ਹੋ। ਜਿਹੜਾ ਇਹ ਤੁਸੀਂ n ਚੂਜ਼ ਕਰਦੇ ਹੋ ਬੱਚੇ, ਤੁਸੀਂ ਪਾਵਰ ਲੈ ਸਕਦੇ ਹੋ ਕੋਈ ਵੀ, ਮੀਨਸ ਕਿ ਤੁਸੀਂ ਇੱਥੇ 1 ਵੀ ਲੈ ਸਕਦੇ ਹੋ ਆਪਣੀ ਕਨਵੀਨੀਅੰਸ ਦੇ ਅਕੋਰਡਿੰਗ, 2 ਵੀ ਲੈ ਸਕਦੇ ਹੋ, 3 ਵੀ ਲੈ ਸਕਦੇ ਹੋ। ਤਾਂ ਉਸ ਕਨਵੀਨੀਅੰਸ ਦੇ ਅਕੋਰਡਿੰਗ ਤੁਸੀਂ ਆਪਣਾ ਇੰਟੀਗ੍ਰੇਟਿੰਗ ਫੈਕਟਰ ਚੂਜ਼ ਕਰ ਸਕਦੇ ਹੋ। ਅਤੇ ਜਦੋਂ ਤੁਸੀਂ ਇਹ ਇੰਟੀਗ੍ਰੇਟਿੰਗ ਫੈਕਟਰ ਚੂਜ਼ ਕਰੋਗੇ ਤਾਂ ਤੁਹਾਡੇ ਕੋਲ 2 ਟਾਈਪਸ ਦੀਆਂ ਇਕੁਏਸ਼ਨਸ ਬਣਨਗੀਆਂ ਸੇਮ ਉਸੇ ਤਰੀਕੇ ਨਾਲ ਕਿ ਅਗਰ ਤੁਸੀਂ n ਦੀ ਵੈਲਿਊ ≠ 1 ਲੈਂਦੇ ਹੋ ਤਾਂ ਐਗਜ਼ੈਕਟ ਡਿਫਰੈਂਸ਼ੀਅਲ ਇਕੁਏਸ਼ਨ ਇਸ ਫੋਰਮ ਦੀ ਬਣੂਗੀ, ਬਟ ਅਗਰ ਤੁਸੀਂ n = 1 ਲੈਂਦੇ ਹੋ ਤਾਂ ਡਿਫਰੈਂਸ਼ੀਅਲ ਇਕੁਏਸ਼ਨ ਇਸ ਫੋਰਮ ਦੀ ਬਣੂਗੀ। ਠੀਕ ਹੈ ਜੀ, ਤਾਂ ਇਸ ਫੋਰਮ ਦੀ ਬਣੂਗੀ ਤੁਹਾਡੇ ਕੋਲ। ਤਾਂ ਇਹਨਾਂ ਨੂੰ ਬੱਚੇ ਤੁਸੀਂ ਕੁਛ ਐਗਜ਼ਾਮਪਲਸ ਦੇ ਥਰੂ ਵੀ ਵੈਰੀਫਾਈ ਕਰ ਸਕਦੇ ਹੋ, ਬਟ ਇਹ ਹੁੰਦਾ ਹੈ ਕਿ ਹਰ ਜਗ੍ਹਾ 'ਤੇ ਤੁਸੀਂ ਇਹ ਚੀਜ਼ ਨੂੰ ਯਾਦ ਨਹੀਂ ਰੱਖ ਸਕਦੇ ਹੈਗੇ ਕਿ ਕਿਸ ਤਰੀਕੇ ਦੇ ਨਾਲ ਇੰਟੀਗ੍ਰੇਟਿੰਗ ਫੈਕਟਰਸ ਜਿਹੜੇ ਆ ਉਹ ਚੂਜ਼ ਕਰਨੇ ਆ, ਕਿਉਂਕਿ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਹਰ
जगह ते अपने कोल जिहड़ियां डिफरेंशियल इक्वेशनस ने वो इन्हां दे विच्चों ही आण, है ना। तो बट फिर भी चलो कई बारी वो पुछ लैंदे ने कि बाई इंस्पैक्शन इंटीग्रेटिंग फैक्टर की हुंदा है, तो वो तुसी फिर भी इस टेबल दे विच्चों जिहड़ा वो चूज़ कर सकते हो। ਇਹਦੇ ਵਿੱਚੋਂ ਤੁਹਾਡੇ ਕੋਲੇ ਫਸਟ ਐਗਜ਼ਾਮਪਲ ਜਿਹੜੀ ਹੈਗੀ ਹੈ ਉਹ ਦਿੱਤੀ ਹੋਈ ਹੈ। ਤੁਹਾਡੇ ਕੋਲ ਜਿਹੜੀ ਇਕੁਏਸ਼ਨ ਹੈ ਉਹ ਇਸ ਫਾਰਮ ਦੀ ਇਕੁਏਸ਼ਨ ਹੈ x y dx ਮਾਈਨਸ x dy ਪਲਸ log x dx ਇਕੁਅਲ ਟੂ 0। ਮੀਨਸ ਕਿ ਜਿਹੜਾ ਤੁਹਾਡਾ ਸੁਜੈਸ਼ਨ ਹੈ ਐਕਸਪ੍ਰੈਸ਼ਨ ਦਾ ਉਹ y dx ਮਾਈਨਸ x dy ਫਾਰਮ ਦਾ, ਜਿਹਦੇ ਵਾਸਤੇ ਤੁਸੀਂ ਸੁਜੈਸਟਡ ਜਿਹੜਾ ਇੰਟੀਗ੍ਰੇਟਿੰਗ ਫੈਕਟਰ ਹੈ ਉਹ ਚੂਜ਼ ਕੀਤਾ 1/x²। ਠੀਕ ਹੈ, ਤਾਂ ਜਦੋਂ ਤੁਸੀਂ 1/x² ਇੰਟੀਗ੍ਰੇਟਿੰਗ ਫੈਕਟਰ ਚੂਜ਼ ਕਰੋਗੇ ਉਹਦੇ ਵਿੱਚੋਂ ਜਦੋਂ ਤੁਸੀਂ ਇਸ ਇਕੁਏਸ਼ਨ ਦੇ ਨਾਲ ਉਹਨੂੰ ਮਲਟੀਪਲਾਈ ਕੀਤਾ ਆਪਣੀ ਗਿਵਨ ਡਿਫਰੈਂਸ਼ੀਅਲ ਇਕੁਏਸ਼ਨ ਦੇ ਨਾਲ, ਹੈ ਨਾ, ਤਾਂ ਉਹ ਬਣ ਜਾਊਗਾ ਤੁਹਾਡੇ ਕੋਲੇ y dx ਮਾਈਨਸ x dy ਅਪੋਨ x² log x/x²। ਅਤੇ ਇਹਦੇ ਜਿਹੜੇ ਫੋਰਮ ਬਣਨੀ ਹੈ ਉਹ ਬਣਨੀ ਹੈ ਕੰਪਲੀਟ ਡੈਰੀਵੇਟਿਵ ਆਫ ਮਾਈਨਸ y ਅਪੋਨ x। ਇਹ ਤੁਹਾਡੇ ਕੋਲ x ਦਾ ਫੰਕਸ਼ਨ ਆ ਗਿਆ। ਦੈਨ ਉਸ ਤੋਂ ਬਾਅਦ ਤੁਸੀਂ ਇਹਨੂੰ ਦੇਖੋ ਹੁਣ ਈਜ਼ੀਲੀ ਇੰਟੀਗ੍ਰੇਟ ਕਰ ਸਕਦੇ ਹੋ। ਇੰਟੀਗ੍ਰੇਟਿੰਗ ਬੋਥ ਸਾਈਡਸ ਵੀ ਗੈਟ, ਇਹਦਾ ਜਿਹੜਾ ਇੰਟੀਗ੍ਰੇਸ਼ਨ ਹੈ ਉਹ ਤਾਂ ਤੁਹਾਡੇ ਕੋਲ ਬਣ ਜੂਗਾ ਮਾਈਨਸ y ਅਪੋਨ x, ਅਤੇ ਇਹਦਾ ਇੰਟੀਗ੍ਰੇਸ਼ਨ ਤੁਸੀਂ ਬਾਈ ਪਾਰਟਸ ਸੋਲਵ ਕਰ ਸਕਦੇ ਹੋ। ਜਦੋਂ ਤੁਸੀਂ ਇਹਦਾ ਇੰਟੀਗ੍ਰੇਸ਼ਨ ਸੋਲਵ ਕਰ ਦੋਗੇ ਤੁਹਾਡੇ ਕੋਲ ਰਿਕੁਆਇਰਡ ਸੋਲਿਊਸ਼ਨ ਆ ਜਾਊਗਾ ਉਸ ਡਿਫਰੈਂਸ਼ੀਅਲ ਇਕੁਏਸ਼ਨ ਦਾ, ਜਿਹੜੀ ਪਹਿਲਾਂ ਐਗਜ਼ੈਕਟ ਨਹੀਂ ਸੀ ਬਟ ਉਹਦੇ ਇੰਟੀਗ੍ਰੇਟਿੰਗ ਫੈਕਟਰ ਜਦੋਂ ਆਪਾਂ ਬਾਈ ਇੰਸਪੈਕਸ਼ਨ ਫਾਈਂਡ ਕੀਤਾ ਤਾਂ ਉਹ ਐਗਜ਼ੈਕਟ ਬਣ ਗਈ ਅਤੇ ਉਹਦਾ ਆਪਣੇ ਕੋਲ ਸੋਲਿਊਸ਼ਨ ਆ ਗਿਆ। ਨੈਕਸਟ ਬੱਚੇ ਤੁਹਾਡੇ ਕੋਲ ਜਿਹੜੀ ਸੈਕਿੰਡ ਫੋਰਮ ਹੈ ਉਹ ਹੈਗੀ ਹੈ ਤੁਹਾਡੇ ਕੋਲੇ y dx ਪਲਸ x dy ਵਾਲੀ। ਤਾਂ ਇਹਦੇ ਵਾਸਤੇ ਤੁਹਾਡੇ ਕੋਲੇ ਫੋਰਮ ਜਿਹੜੀ ਹੈਗੀ ਆ ਉਹ ਸੈਕਿੰਡ ਫੋਰਮ ਵਾਲਾ ਇੰਟੀਗ੍ਰੇਟਿੰਗ ਫੈਕਟਰ ਤੁਸੀਂ ਚੂਜ਼ ਕਰ ਸਕਦੇ ਹੋ। ਅਤੇ ਇਹਦੇ ਵਿੱਚ ਉਹਨਾਂ ਨੇ ਪਾਵਰ ਜਿਹੜੀ ਹੈ ਉਹ 3 ਚੂਜ਼ ਕੀਤੀ ਹੈ, ਕਿਉਂਕਿ ਜਿਹੜੀ ਲਾਸਟ ਟਰਮ ਦੇ ਵਿੱਚ ਆਪਣੇ ਕੋਲੇ ਫੋਰਮ ਬਣਦੀ ਹੈ ਉਹ 3 ਪਾਵਰ ਦੀ ਬਣਦੀ ਹੈ, ਤਾਂ ਕਿ ਆਪਣੇ ਕੋਲੇ ਸੋਲਵ ਕਰਕੇ ਉਹ ਈਜ਼ੀਲੀ ਆਪਾਂ ਨੂੰ ਕੋਈ ਡਿਫੀਕਲਟੀ ਨਾ ਆਵੇ। ਇਸ ਕਰਕੇ ਆਪਾਂ n ਦੀ ਵੈਲਿਊ 3 ਚੂਜ਼ ਕਰ ਲਈ। ਅੱਛਾ, ਜਦੋਂ n ਦੀ ਵੈਲਿਊ 3 ਚੂਜ਼ ਕਰਾਂਗੇ ਤਾਂ ਆਪਣੇ ਕੋਲੇ ਫੰਕਸ਼ਨ ਇਸ ਫਾਰਮ ਦਾ ਬਣੂਗਾ, ਕਿਉਂਕਿ n not equals to 1 ਵਾਸਤੇ ਡੈਰੀਵੇਟਿਵ ਆਫ ਦਿਸ ਬਣੂਗਾ, ਹੈ ਨਾ। ਤਾਂ ਤੁਸੀਂ ਸਿੰਪਲੀ ਜਿਹੜਾ ਹੈਗਾ ਇਸ ਫੰਕਸ਼ਨ ਨੂੰ ਕਨਵਰਟ ਕਰਤਾ ਡੈਰੀਵੇਟਿਵ ਆਫ -1/2 ਮੀਨਸ n-1 ਬਣ ਗਿਆ 2 xy ਰੇਜ਼ ਟੂ ਪਾਵਰ 2 -3 ਆਫ ਡੈਰੀਵੇਟਿਵ ਆਫ log y। ਦੈਨ ਇੰਟੀਗ੍ਰੇਸ਼ਨ ਕਰਕੇ ਤੁਹਾਡੇ ਕੋਲੇ ਆਨਸਰ ਜਿਹੜਾ ਉਹ ਆ ਗਿਆ। ਨੈਕਸਟ ਬੱਚੇ ਥਰਡ ਐਗਜ਼ਾਮਪਲ ਦੇ ਵਿੱਚ ਵੀ ਤੁਹਾਡੇ ਕੋਲੇ ਸੇਮ ਫੋਰਮ ਬਣ ਰਹੀ ਹੈ x dy ਪਲਸ y dx ਵਾਲੀ। ਤਾਂ ਇਹਦੇ ਵਿੱਚ ਵੀ ਤੁਸੀਂ 1/xy ਰੇਜ਼ ਟੂ ਪਾਵਰ 3 ਵਾਲਾ ਜਿਹੜਾ ਇੰਟੀਗ੍ਰੇਟਿੰਗ ਫੈਕਟਰ ਹੈ ਉਹ ਚੂਜ਼ ਕੀਤਾ। ਤਾਂ ਉਹਦੇ ਵਿੱਚੋਂ ਜਦੋਂ ਤੁਸੀਂ ਮਲਟੀਪਲਾਈ ਕੀਤਾ ਤਾਂ ਸੇਮ ਫੋਰਮ ਬਣ ਕੇ ਤੁਹਾਡੇ ਕੋਲੇ ਇੰਟੀਗ੍ਰੇਸ਼ਨ ਕਰਕੇ ਰਿਕੁਆਇਰਡ ਸੋਲਿਊਸ਼ਨ ਐਗਜ਼ਿਸਟ ਕਰ ਜੂਗਾ। ਨੈਕਸਟ ਹੈਗਾ ਤੁਹਾਡੇ ਕੋਲੇ ਫੋਰਥ ਐਗਜ਼ਾਮਪਲ ਦੇ ਵਿੱਚ ਵੀ ਸੇਮ ਬਣ ਰਹੀ ਹੈ। ਦੈਨ ਉਹਦੇ ਵਿੱਚ ਤੁਸੀਂ ਇੰਟੀਗ੍ਰੇਟਿੰਗ ਫੈਕਟਰ ਚੂਜ਼ ਕੀਤਾ 1/x² ਪਲਸ y²। ਜਦੋਂ ਸੋਲਵ ਕਰੋਗੇ ਇੰਟੀਗ੍ਰੇਸ਼ਨ ਕਰੋਗੇ ਤਾਂ ਇਕੁਏਸ਼ਨ ਐਗਜ਼ੈਕਟ ਬਣ ਕੇ ਤੁਹਾਡੇ ਕੋਲੇ ਸਿੰਪਲੀ ਸੋਲਿਊਸ਼ਨ ਜਿਹੜਾ ਇਹਦਾ ਐਗਜ਼ਿਸਟ ਕਰ ਜੂਗਾ। ਤਾਂ ਇਹ ਸੀਗਾ ਬੱਚੇ ਜਦੋਂ ਆਪਾਂ ਬਾਈ ਇੰਸਪੈਕਸ਼ਨ ਇੰਟੀਗ੍ਰੇਟਿੰਗ ਫੈਕਟਰ ਜਿਹੜਾ ਉਹ ਯੂਜ਼ ਕਰਕੇ ਆਪਾਂ ਆਪਣੀ ਇਕੁਏਸ਼ਨ ਨੂੰ ਐਗਜ਼ੈਕਟ ਬਣਾ ਲੈਂਦੇ ਹਾਂ ਅਤੇ ਉਹਦਾ ਸੋਲਿਊਸ਼ਨ ਫਾਈਂਡ ਕਰ ਸਕਦੇ ਹਾਂ। ਤਾਂ ਇਹ ਬੱਚੇ ਤੁਹਾਨੂੰ ਇਹਦੀ ਐਕਸਰਸਾਈਜ਼ ਦੇ ਵੀ 2-3 ਕੁਐਸਚਨਸ ਜਿਹੜੇ ਹੈਗੇ ਆ ਉਹ ਦਿੱਤੇ ਹੋਏ ਆ, ਇਹਨਾਂ ਨੂੰ ਵੀ ਤੁਸੀਂ ਸੋਲਵ ਕਰ ਲਿਓ ਹਿੱਟ ਐਂਡ ਟਰਾਇਲ ਮੈਥਡ ਦੇ ਨਾਲ। ਤਾਂ ਬਟ ਜਿਹੜਾ ਇਹ ਮੈਥਡ ਆਪਾਂ ਨੇ ਅੱਜ ਕੀਤਾ ਹੈ ਬਾਈ ਇੰਸਪੈਕਸ਼ਨ ਵਾਲਾ, ਤਾਂ ਇਹ ਹਰ ਜਗ੍ਹਾ ਅਪਲਾਈ ਨਹੀਂ ਹੁੰਦਾ, ਹੈ ਨਾ। ਕੁਛ ਜਗ੍ਹਾ 'ਤੇ ਆਪਾਂ ਅਪਲਾਈ ਕਰ ਸਕਦੇ ਹਾਂ ਬਟ ਫਿਰ ਵੀ ਆਪਾਂ ਨੂੰ ਉਹਦੇ ਲਈ ਕ੍ਰੈਮਿੰਗ ਕਰਨੀ ਪੈਣੀ ਹੈ ਕਿ ਆਪਾਂ ਕਿਹੜੀ ਫੋਰਮ ਦੇ ਲਈ ਕਿਹੜਾ ਇੰਟੀਗ੍ਰੇਟਿੰਗ ਫੈਕਟਰ ਜਿਹੜਾ ਹੈਗਾ ਉਹ ਯਾਦ ਰੱਖੀਏ, ਹੈ ਨਾ, ਵੀ ਆਪਾਂ ਨੇ ਇਸ ਫੋਰਮ ਦਾ ਲੈਣਾ ਸੀਗਾ। ਬਟ ਆਪਣੇ ਕੋਲ ਇਹਦੇ ਕੁਝ ਪਰਟੀਕੂਲਰ 5 ਰੂਲਸ ਨੇ ਇੰਟੀਗ੍ਰੇਟਿੰਗ ਫੈਕਟਰ ਕਰਨ ਦੇ ਫਾਈਂਡ ਕਰਨ ਦੇ, ਜਿਨ੍ਹਾਂ ਨੂੰ ਆਪਾਂ ਆਪਣੀਆਂ ਨੈਕਸਟ ਲੈਕਚਰਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ 1 ਬਾਏ 1 ਸਾਰੇ ਦੇ ਸਾਰੇ ਰੂਲ, ਅਤੇ ਉਹਦੇ ਨਾਲ ਰਿਲੇਟਿਡ ਐਗਜ਼ਾਮਪਲਸ ਵੀ ਕਰਾਂਗੇ। ਇੱਥੋਂ ਤੱਕ ਬੱਚੇ ਕਿਸੇ ਨੂੰ ਅਗਰ ਕੋਈ ਵੀ ਡਾਊਟ ਹੁੰਦਾ ਤਾਂ ਤੁਸੀਂ ਆਪਣੀ ਕੁਐਰੀ ਕਰ ਸਕਦੇ ਹੋ। ਅਤੇ ਬਟ ਮੇਰੇ ਕੋਲ ਬਹੁਤ ਬੱਚਿਆਂ ਦੇ ਬਹੁਤ ਘੱਟ ਡਾਊਟਸ ਆ ਰਹੇ ਨੇ। ਪਤਾ ਨਹੀਂ ਤੁਸੀਂ ਲੋਕ ਜ਼ਿਆਦਾ, ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਤੁਹਾਨੂੰ ਜ਼ਿਆਦਾ ਸਮਝ ਆ ਰਿਹਾ ਹੈ ਜਾਂ ਸਮਝ ਹੀ ਨਹੀਂ ਆ ਰਿਹਾ, ਹੈ ਨਾ। ਬਟ ਤੁਸੀਂ ਘੱਟੋ ਘੱਟ ਬੱਚੇ ਇੱਕ ਰਿਸਪੌਂਸ ਜ਼ਰੂਰ ਕਰ ਸਕਦੇ ਹੋ ਕਿ ਸਾਨੂੰ ਸਮਝ ਆ ਰਿਹਾ ਜਾਂ ਨਹੀਂ ਆ ਰਿਹਾ, ਜਾਂ ਸਾਨੂੰ ਮੈਮ ਇਹ ਸਟੈਪ ਨਹੀਂ ਸਮਝ ਆਇਆ ਲੈਕਚਰ ਦੇ ਵਿੱਚ। ਹਾਂ, ਕਈ ਬੱਚਿਆਂ ਦੀ ਇਹ ਕੁਐਰੀ ਜ਼ਰੂਰ ਆ ਜਾਂਦੀ ਹੈ ਕਿ ਮੇਰਾ ਆਹ ਕੁਐਸਚਨ ਨਹੀਂ ਹੋਇਆ, ਆਹ ਨਹੀਂ ਹੋਇਆ ਜੀ, ਮੇਰਾ ਆਹ ਸੋਲਵ ਕਰਕੇ ਦੇ ਦਿਓ। ਬਟ ਕਿਸੇ ਨੇ ਇਹ ਨਹੀਂ ਡਿਸਕਸ ਕੀਤਾ ਹੈਗਾ ਕਿ ਜੀ ਸਾਡਾ ਇਹ ਟੌਪਿਕ ਇਹ ਡੈਫੀਨੇਸ਼ਨ ਨਹੀਂ ਜੀ ਸਾਨੂੰ ਸਮਝ ਆਈ ਹੈ, ਇਹ ਪੁਆਇੰਟ 'ਤੇ ਤੁਹਾਨੂੰ ਕੋਈ ਕੰਸੈਪਟ 'ਚ ਕੋਈ ਡਾਊਟ ਹੈ ਨਾ। ਪਤਾ ਨਹੀਂ ਸ਼ਾਇਦ ਤੁਹਾਨੂੰ ਜ਼ਿਆਦਾ ਹੀ ਸਮਝ ਆਈ ਜਾ ਰਿਹਾ ਤਾਂ ਕਿ ਤੁਸੀਂ ਕੋਈ ਕੁਐਰੀ ਨਹੀਂ ਕਰਦੇ ਮੇਰੇ ਕੋਲੋਂ। ਤਾਂ ਬੱਚੇ ਜ਼ਰੂਰ ਆਪਣੇ ਡਾਊਟਸ ਜਿਹੜੇ ਆ ਉਹ ਨਾਲ ਦੀ ਨਾਲ ਕਲੀਅਰ ਕਰੀ ਜਾਇਆ ਕਰੋ, ਨਹੀਂ ਤਾਂ ਤੁਹਾਨੂੰ
ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਪ੍ਰੋਬਲਮ ਫੇਸ ਕਰਨੀ ਪੈਣੀ ਹੈ, ਕਿਉਂਕਿ ਇੱਕ ਤਾਂ ਆਪਣੇ ਕੋਲੇ ਪਹਿਲਾਂ ਹੀ ਮਤਲਬ ਇਹ ਟਾਈਮ ਐਸਾ ਚੱਲ ਰਿਹਾ ਕਿ ਆਪਾਂ ਔਨਲਾਈਨ ਹੀ ਪੜ੍ਹਾਈ ਕਰ ਸਕਦੇ ਹਾਂ, ਜਿਹਦੇ ਵਿੱਚ ਆਪਾਂ ਆਫਲਾਈਨ ਨਹੀਂ ਕਰ ਸਕਦੇ। ਫਿਰ ਵੀ ਚਲੋ ਆਫਲਾਈਨ ਦੇ ਵਿੱਚ ਸੀਗਾ ਕਿ ਬੱਚਾ ਫੇਸ ਟੂ ਫੇਸ ਜਿਹੜਾ ਡਾਊਟ ਆਪਾਂ ਨਾਲ ਦੀ ਨਾਲ ਕਲੀਅਰ ਕਰ ਸਕਦੇ ਹਾਂ। ਤਾਂ ਬਟ ਹੈ ਕਿ ਸ਼ਾਇਦ ਹੁਣ ਥੋੜ੍ਹੇ ਜਿਹੇ ਹੀ ਦਿਨ ਰਹਿ ਗਏ ਆ, ਜੇ ਆਪਾਂ ਫੇਸ ਟੂ ਫੇਸ ਵੀ ਹੋਵਾਂਗੇ ਹੈ ਨਾ, ਤਾਂ ਉਹਦੇ ਵਿੱਚ ਵੀ ਤੁਸੀਂ ਆਪਣੇ ਡਾਊਟਸ ਜਿਹੜੇ ਨੇ ਉਹ ਕਲੀਅਰ ਕਰ ਸਕਦੇ ਹੋ। ਓਕੇ ਬੱਚੇ।